ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅੱਜ 16 ਮਾਰਚ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਅਪਡੇਟ ਅਮਰੀਕਾ ਨੂੰ ਸਪਾਂਸਰ ਕੀਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਸਰਬਜੀਤ ਸਿੰਘ ਬਾਸੀ ਅਟਵਾਟਰ ਤੋਂ। ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਖਬਰਾਂ ਵੱਲ ਵਧਦੇ ਹਾਂ, ਪਰ ਉਸ ਤੋਂ ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਟਰੰਪ ਦੇ ਦੁਆਰਾ $1.15 ਟ੍ਰਿਲੀਅਨ ਦਾ ਬਜਟ ਪੇਸ਼ਕਸ਼ ਸਾਹਮਣੇ ਰੱਖੀ ਗਈ। ਹੋਮਲੈਂਡ ਸਿਕਿਉਰਿਟੀ, ਪੈਂਟਾਗਨ, ਵੈਟਰਨ ਅਫੇਅਰਸ ਦੇ ਵਿੱਚ ਵਾਧੇ ਦੀ ਪੇਸ਼ਕਸ਼, ਜਦਕਿ ਹੋਰ ਬਹੁਤ ਸਾਰੀਆਂ ਏਜੰਸੀਜ਼ ਦੇ ਵਿੱਚ ਵੱਡੀਆਂ ਕਟੌਤੀਆਂ। ਰਾਸ਼ਟਰਪਤੀ ਟਰੰਪ ਦੇ ਨਵੇਂ ਟਰੈਵਲ ਬੈਨ ਨੂੰ ਹਵਾਈ ਅਤੇ ਮੈਰੀਲੈਂਡ ਦੀਆਂ ਵੱਖ-ਵੱਖ ਅਦਾਲਤਾਂ ਨੇ ਲਾਗੂ ਹੋਣ ਤੋਂ ਰੋਕਿਆ। ਵਾਈਟ ਹਾਊਸ ਨਾਖੁਸ਼। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਡਰੱਗ ਰੇਡਸ, ਲੱਖਾਂ ਡਾਲਰਾਂ ਦਾ ਨਸ਼ਾ ਜ਼ਬਤ, ਕਈ ਜਾਣਿਆਂ ਦੀ ਗ੍ਰਿਫਤਾਰੀ। ਸੋਮਾਲੀ ਲੁਟੇਰਿਆਂ ਵੱਲੋਂ ਅਗਵਾ ਕੀਤਾ ਗਿਆ ਆਇਲ ਵੈਸਲ ਬਗੈਰ ਕਿਸੇ ਸ਼ਰਤ ਤੋਂ ਰਿਹਾ ਕੀਤਾ ਗਿਆ। ਤੇ ਹੁਣ ਖਬਰਾਂ ਦਾ ਵਿਸਥਾਰ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜਾ $1.15 ਟ੍ਰਿਲੀਅਨ ਦੀ ਜਿਹੜੀ ਬਜਟ ਪ੍ਰਪੋਜ਼ਲ ਪੇਸ਼ਕਸ਼ ਆ ਉਹ ਰੱਖੀ ਗਈ ਆ। ਇਸ ਦੇ ਵਿੱਚ ਕਾਫੀ ਜਿਹੜੀਆਂ ਸਟੇਟ ਏਜੰਸੀਜ਼ ਆ ਉਹਨਾਂ ਨੂੰ ਘਾਟਾ ਦੇਖਣਾ ਪਵੇਗਾ। ਉਹਨਾਂ ਦੇ ਬਜਟ ਦੇ ਵਿੱਚ ਬਹੁਤ ਵੱਡੀਆਂ ਕਟੌਤੀਆਂ ਕੀਤੀਆਂ ਗਈਆਂ ਆ, ਜਦ ਕਿ ਡਿਫੈਂਸ ਵਰਗੀਆਂ, ਹੋਮਲੈਂਡ ਸਿਕਿਉਰਿਟੀ ਤੇ ਵੈਟਰਨ ਅਫੇਅਰਸ ਦੇ ਵਿੱਚ ਬਜਟ ਦੇ ਵਿੱਚ ਵਾਧੇ ਦੀ ਪੇਸ਼ਕਸ਼ ਰੱਖੀ ਹੋਈ ਆ। ਜੇ ਇਸ ਦੀ ਗਹਿਰਾਈ ਦੇ ਵਿੱਚ ਜਾਈਏ, ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਦੁਆਰਾ ਇਹ ਜਿਹੜਾ ਬਜਟ ਆ, ਇਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਘਾਟਾ ਆ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ EPA ਨੂੰ ਦੇਖਣ ਨੂੰ ਮਿਲੇਗਾ, ਜਿਸ ਦੇ ਬਜਟ ਦੇ ਵਿੱਚ 31% ਦਾ ਕਟੌਤੀ ਕੀਤੀ ਜਾਵੇਗੀ, ਜੋ ਕਿ $2.6 ਬਿਲੀਅਨ ਬਣੇਗੀ, ਜਿਸ ਦੇ ਵਿੱਚ ਕਲੀਨ ਪਾਵਰ ਪਲਾਨ, ਇਸ ਦੀ ਜਿਹੜੀ ਆ ਫੰਡਿੰਗ ਆ ਉਸ ਨੂੰ ਰੋਕ ਦਿੱਤਾ ਜਾਵੇਗਾ। ਤੇ ਇੱਕ ਹੋਰ ਪ੍ਰੋਗਰਾਮ ਗ੍ਰੇਟ ਲੇਕ ਰੈਸਟੋਰੇਸ਼ਨ ਪ੍ਰੋਗਰਾਮ ਆ, ਉਹ ਵੀ ਇਸ ਕਰਕੇ ਰੁਕ ਸਕਦਾ ਆ। ਦੂਜੀ ਵੱਡੀ ਫੰਡਿੰਗ US ਫੋਰਨ ਏਡ USAID ਟ੍ਰੈਜਰੀ ਇੰਟਰਨੈਸ਼ਨਲ ਪ੍ਰੋਗਰਾਮ, ਉਸ ਦੇ ਵਿੱਚ ਦੇਖੀ ਗਈ ਆ 28.7% ਦੀ $10 ਬਿਲੀਅਨ ਦੀ ਇਹਦੇ ਬਜਟ ਵਿੱਚ ਕਟੌਤੀ ਕਰਨ ਦੀ ਪੇਸ਼ਕਸ਼ ਰੱਖੀ ਹੋਈ ਆ। ਇਹ ਉਹੀ ਫੋਰਨ ਏਡ ਹੁੰਦੀ ਹੈ ਜਿਹੜੇ ਵੱਖ-ਵੱਖ ਮੁਲਕਾਂ ਨੂੰ ਅਮਰੀਕਾ ਦੇ ਵੱਲੋਂ ਘੱਲੀ ਜਾਂਦੀ ਆ ਕਈ ਕਾਰਨਾਂ ਦੇ ਕਰਕੇ। ਇਸ ਦੇ ਵਿੱਚ ਵੀ ਉਹਨਾਂ ਨੇ ਸਪਸ਼ਟ ਕੀਤਾ ਆ ਵੀ ਅਮਰੀਕਾ ਫਸਟ ਬਜਟ ਆ, ਇਸ ਕਰਕੇ ਇਹ ਪ੍ਰੋਗਰਾਮਸ ਦੇ ਵਿੱਚ ਵੀ ਕਟੌਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ 20.7 ਦੀ ਕਟੌਤੀ ਆ, ਜੋ ਕਿ $4.7 ਬਿਲੀਅਨ ਦੀ ਕਟੌਤੀ ਜਿਹੜੀ ਆ ਉਹ ਹੋਵੇਗੀ। ਤੇ ਇਸ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਪ੍ਰੋਗਰਾਮਸ ਆ ਉਹਨਾਂ ਦੇ ਉੱਤੇ ਮਾਰ ਪਵੇਗੀ। ਇਹ ਕਿਹੜੇ ਪ੍ਰੋਗਰਾਮ ਹੋਣਗੇ, ਇਹ ਬਜਟ ਪਾਸ ਹੋਣ ਤੋਂ ਬਾਅਦ ਦੇ ਵਿੱਚ ਹੀ ਇਸ ਦੇ ਬਾਰੇ ਪਤਾ ਲੱਗ ਸਕੇਗਾ। ਉਧਰ ਡਿਪਾਰਟਮੈਂਟ ਆਫ ਲੇਬਰ ਦੇ ਵਿੱਚ ਵੀ 20.7% ਦੀ ਕਟੌਤੀ ਰੱਖੀ ਗਈ ਆ, ਜੋ ਕਿ $2.5 ਬਿਲੀਅਨ ਬਣਦੀ ਆ। ਇਸ ਕਰਕੇ ਕਈ ਤਰੀਕੇ ਦੇ ਜਿਹੜੇ ਜੌਬ ਟ੍ਰੇਨਿੰਗ ਪ੍ਰੋਗਰਾਮਸ ਆ ਉਹਨਾਂ ਨੂੰ ਰੋਕਣਾ ਪੈ ਸਕਦਾ ਆ। ਇਸ ਤੋਂ ਇਲਾਵਾ ਹਿਊਮਨ ਅਤੇ ਹੈਲਥ ਸਰਵਿਸਿਜ਼ ਦੇ ਡਿਪਾਰਟਮੈਂਟ ਵਿੱਚ 16.2% ਦੀ ਕਟੌਤੀ ਆ। ਕੱਲੇ ਹਿਊਮਨ ਅਤੇ ਹੈਲਥ ਸਰਵਿਸਿਜ਼ ਦੇ ਵਿੱਚ $15.1 ਬਿਲੀਅਨ ਦੀ ਕਟੌਤੀ ਹੋਵੇਗੀ ਅਤੇ ਨਾਲ ਹੀ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਵਿੱਚ $5.8 ਬਿਲੀਅਨ ਦੀ ਕਟੌਤੀ ਦੇਖੀ ਜਾਵੇਗੀ। ਬਹੁਤ ਸਾਰੀਆਂ ਰਿਸਰਚ ਵੱਖ-ਵੱਖ ਦਵਾਈਆਂ ਦੇ ਉੱਤੇ ਜਿਹੜੀਆਂ ਫੈਡਰਲ ਅਪਰੂਵਡ ਰਿਸਰਚਿਸ ਆ ਉਹ ਹੁੰਦੀਆਂ ਆ, ਉਸ ਦੇ ਵਿੱਚ ਵੀ ਕਈ ਪ੍ਰੋਗਰਾਮਸ ਦੇ ਵਿੱਚ ਕਟੌਤੀ ਕੀਤੀ
ਜਾ ਸਕਦੀ ਆ ਇਸ ਦੇ ਤਹਿਤ, ਜਿਸ ਕਰਕੇ ਬਹੁਤ ਹੀ ਨਾਮੁਰਾਦ ਬਿਮਾਰੀਆਂ ਦੇ ਬਾਰੇ ਜਿਹੜੀ ਰਿਸਰਚ ਹੁੰਦੀ ਆ ਉਹਨਾਂ ਦੇ ਜੜ੍ਹਾਂ ਤੱਕ ਪਹੁੰਚਣ ਤੇ ਉਹਨਾਂ ਦੇ ਇਲਾਜ ਲੱਭਣ ਤੱਕ ਵੀ ਸਮੱਸਿਆਵਾਂ ਆ ਸਕਦੀਆਂ ਨੇ। ਇਸ ਤੋਂ ਇਲਾਵਾ ਡਿਪਾਰਟਮੈਂਟ ਆਫ ਕਮਰਸ ਦੇ ਵਿੱਚ 15.7% ਦੀ ਕਟੌਤੀ ਬਣਦੀ ਆ, ਜੋ ਕਿ 1.5 ਬਿਲੀਅਨ ਡਾਲਰ ਬਣਦਾ ਆ। ਤੇ ਬਹੁਤ ਸਾਰੇ ਜਿਹੜੇ ਗ੍ਰਾਂਟ ਵਾਲੇ ਪ੍ਰੋਗਰਾਮ ਆ ਡਿਪਾਰਟਮੈਂਟ ਆਫ ਕਮਰਸ ਦੇ, ਉਹਨਾਂ ਵਿੱਚ ਕਟੌਤੀ ਕਰਨ ਦੀ ਪੇਸ਼ਕਸ਼ ਰੱਖੀ ਹੋਈ ਆ। ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ, ਜਿਸ ਨੂੰ ਹੱਡ ਵੀ ਕਿਹਾ ਜਾਂਦਾ ਆ, ਉਸ ਦੇ ਵਿੱਚ 13.2% ਦੀ ਕਟੌਤੀ ਦੀ ਪੇਸ਼ਕਸ਼ ਆ, ਜੋ ਕਿ 6.2 ਬਿਲੀਅਨ ਡਾਲਰ ਬਣਦਾ ਆ, ਜਿਨ੍ਹਾਂ ਦੇ ਵਿੱਚ ਕਈ ਤਰੀਕੇ ਦੇ ਪ੍ਰੋਗਰਾਮ, ਜਿਨ੍ਹਾਂ 'ਚ ਕਮਿਊਨਿਟੀ ਡਿਵੈਲਪਮੈਂਟ ਬਲਾਕ ਗ੍ਰਾਂਟ ਆ, ਉਹਨਾਂ ਨੂੰ ਬੰਦ ਕੀਤਾ ਜਾ ਸਕਦਾ ਆ। ਟਰਾਂਸਪੋਰਟੇਸ਼ਨ ਦੇ ਡਿਪਾਰਟਮੈਂਟ ਦੇ ਵਿੱਚ 12.7% ਦੀ ਕਟੌਤੀ ਦੀ ਪੇਸ਼ਕਸ਼ ਆ, ਜੋ ਕਿ 2.4 ਬਿਲੀਅਨ ਡਾਲਰ ਬਣਦੀ ਆ। ਐਮਟਰੈਕ ਦੇ ਬਜਟ ਵਿੱਚ ਕਟੌਤੀ ਆਵੇਗੀ ਅਤੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੂੰ ਪ੍ਰਾਈਵੇਟ ਕਰਨ ਦੀ ਵੀ ਗੱਲ ਕਹੀ ਜਾ ਰਹੀ ਆ। ਡਿਪਾਰਟਮੈਂਟ ਆਫ ਇੰਟੀਰੀਅਰ, ਜੋ ਕਿ ਬਹੁਤ ਸਾਰੇ ਨੈਸ਼ਨਲ ਪਾਰਕਸ, ਇਹਨਾਂ ਸਾਰਿਆਂ ਦੀ ਦੇਖਰੇਖ ਕਰਦੇ ਆ, ਉਸ ਦੇ ਵਿੱਚ 11.7% ਦੀ ਕਟੌਤੀ ਦੀ ਪੇਸ਼ਕਸ਼ ਆ, ਜੋ ਕਿ 1.5 ਬਿਲੀਅਨ ਡਾਲਰ ਬਣਦੀ ਆ। ਉਧਰ ਡਿਪਾਰਟਮੈਂਟ ਆਫ ਐਨਰਜੀ ਨੂੰ 5.6% ਦਾ ਘਾਟਾ ਰੱਖਿਆ ਜਾਵੇਗਾ ਬਜਟ ਦੇ ਵਿੱਚ, ਜੋ ਕਿ 1.7 ਬਿਲੀਅਨ ਡਾਲਰ ਬਣਦਾ ਆ। ਡਿਪਾਰਟਮੈਂਟ ਆਫ ਟ੍ਰੈਜਰੀ, ਉਹਨਾਂ ਨੂੰ 4.4% ਦੀ ਕਟੌਤੀ ਰੱਖੀ ਗਈ ਆ, ਜੋ ਕਿ 519 ਮਿਲੀਅਨ ਡਾਲਰ ਦੀ ਫੰਡਿੰਗ ਦੀ ਕਟੌਤੀ ਮੰਨੀ ਜਾ ਰਹੀ ਆ। ਆਪਾਂ ਰਾਸ਼ਟਰਪਤੀ ਟਰੰਪ ਤੇ ਉਹਨਾਂ ਦੇ ਪ੍ਰਸ਼ਾਸਨ ਦੁਆਰਾ ਪਹਿਲੋਂ ਵੀ ਸੁਣਿਆ ਆ ਤੇ ਉਹਨਾਂ ਨੇ ਆਖਿਆ ਆ ਵੀ IRS ਨੂੰ ਉਹ ਸਿੰਪਲ ਬਣਾਉਣ ਜਾ ਰਹੇ ਆ, ਟੈਕਸ ਰਿਫਾਰਮਸ ਜਿਹੜੇ ਜੀ ਲਿਆਉਣ ਜਾ ਰਹੇ ਆ। ਸੋ ਹੋ ਸਕਦਾ ਆ ਉਸੇ ਚੀਜ਼ ਨੂੰ ਦੇਖਦੇ ਹੋਏ ਹੀ ਇਹ ਫੈਸਲਾ ਲਿਆ ਗਿਆ ਹੋਵੇ। ਤੇ ਨਾਲ ਹੀ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ 3.8% ਦੀ ਕਟੌਤੀ ਦੀ ਪੇਸ਼ਕਸ਼ ਰੱਖੀ ਹੋਈ ਆ। ਇਹ ਤਕਰੀਬਨ 12 ਐਸੇ ਡਿਪਾਰਟਮੈਂਟ ਸੀ ਜਿਨ੍ਹਾਂ ਦੇ ਵਿੱਚ ਕਟੌਤੀ ਦੀ ਗੱਲ ਰੱਖੀ ਹੋਈ ਆ। ਅੱਜ ਬਜਟ ਕਮੇਟੀ ਦੇ ਸਪੋਕਸਪਰਸਨ, ਉਹਨਾਂ ਨੇ ਪ੍ਰੈਸ ਦੇ ਨਾਲ ਵੀ ਗੱਲਬਾਤ ਕੀਤੀ। ਉਹਨਾਂ ਨੇ ਇਸ ਚੀਜ਼ ਨੂੰ ਦੁਹਰਾਇਆ ਵੀ ਇਹ ਜਿਹੜਾ ਬਜਟ ਆ, ਅਮਰੀਕਾ ਫਸਟ ਬਜਟ ਆ। ਇਸ ਦੇ ਵਿੱਚ ਅਮਰੀਕੀ ਲੋਕਾਂ ਨੂੰ ਮੁੱਖ ਰੱਖਦੇ ਹੋਏ, ਅਮਰੀਕਾ ਨੂੰ ਮੁੱਖ ਰੱਖਦੇ ਹੋਏ ਜਿਹੜਾ ਆ ਉਹ ਬਜਟ ਬਣਾਇਆ ਗਿਆ ਆ। ਇਸ ਦੇ ਵਿੱਚ ਇੱਕ ਵੀ ਡਾਲਰ ਜਿਹੜਾ ਆ ਉਹ ਨਵਾਂ ਨਹੀਂ ਰੱਖਿਆ ਗਿਆ। ਸਿਰਫ ਜਿਹੜਾ ਬਜਟ ਆ, ਇੱਧਰੋਂ ਉੱਧਰੋਂ ਡਾਲਰਸ ਆ, ਉਸ ਨੂੰ ਰੀਐਲੋਕੇਟ ਕੀਤਾ ਗਿਆ ਆ। ਇਸ ਕਰਕੇ ਜਿਹੜੇ ਛੋਟੇ ਡਿਪਾਰਟਮੈਂਟਸ ਆ, ਜਿਨ੍ਹਾਂ ਦੇ ਵਿੱਚ ਬਹੁਤਾ ਕੰਮ ਨਹੀਂ ਆ ਤੇ ਜਿਨ੍ਹਾਂ ਦੇ ਕੋਲ ਜ਼ਿਆਦਾ ਡਾਲਰਸ ਨੇ, ਉਹ ਜਿਹੜੇ ਪੈਸੇ ਲੈ ਕੇ ਡਿਫੈਂਸ, ਹੋਮਲੈਂਡ ਸਿਕਿਉਰਿਟੀ, ਵੈਟਰਨ ਅਫੇਅਰਸ ਵਾਲੇ ਪਾਸੇ ਨੂੰ ਜਿਹੜੇ ਉਹ ਧੱਕੇ ਜਾ ਰਹੇ ਨੇ। ਤੇ ਕਹਿੰਦੇ ਜੀ ਡੈਫਿਸਿਟ ਜਿਹੜਾ ਇਸ ਦੇ ਕਰਕੇ ਬਿਲਕੁਲ ਵੀ ਨਹੀਂ ਵਧੇਗਾ। ਇਹ ਜਿਹੜਾ ਦਾਅਵਾ ਉਹਨਾਂ ਨੇ ਪੇਸ਼ ਕੀਤਾ ਹੈ। ਤੇ ਦੱਸਦੇ ਜਾਈਏ, ਜਿਸ ਦੇ ਵਿੱਚ ਵਾਧਾ ਦੇਖਿਆ ਜਾ ਰਿਹਾ ਆ, ਉਸ ਦੇ ਵਿੱਚ ਸਭ ਤੋਂ ਵੱਡਾ ਵਾਧਾ ਡਿਫੈਂਸ ਦੇ ਬਜਟ, ਪੈਂਟਾਗਨ ਦੇ ਬਜਟ ਦੇ ਵਿੱਚ 10% ਦੀ ਵਾਧੇ ਦੀ ਗੱਲ ਚੱਲ ਰਹੀ ਹੈ, ਜੋ ਕਿ ਤਕਰੀਬਨ 52.3 ਬਿਲੀਅਨ ਡਾਲਰ ਦਾ ਵਾਧਾ ਹੋਵੇਗਾ। ਹੋਮਲੈਂਡ ਸਿਕਿਉਰਿਟੀ ਨੂੰ ਵੀ 6.8% ਦਾ ਵਾਧਾ ਬਜਟ ਦੇ ਵਿੱਚ ਰੱਖਿਆ ਗਿਆ ਆ, 2.8 ਬਿਲੀਅਨ ਡਾਲਰ ਜੋ ਬਣਦਾ ਆ। ਡਿਪਾਰਟਮੈਂਟ ਆਫ ਵੈਟਰਨ ਅਫੇਅਰਸ, ਜਿਹੜੇ ਕਿ ਫੌਜੀ ਅਮਰੀਕਾ ਦੇ ਲਈ ਲੜ ਕੇ ਆਉਂਦੇ ਨੇ ਤੇ ਇੱਥੇ ਉਹਨਾਂ ਦੀ ਦੇਖਰੇਖ ਦੇ ਲਈ ਵੱਖ-ਵੱਖ ਪ੍ਰੋਗਰਾਮ ਚੱਲਦੇ ਨੇ, ਉਸ ਦੇ ਵਿੱਚ 6% ਦਾ ਵਾਧੇ ਦੀ ਦਰ ਰੱਖੀ ਹੋਈ ਆ। 4.4 ਬਿਲੀਅਨ ਡਾਲਰ ਇਸ ਦੇ ਵਿੱਚ ਵਧਾਉਣ ਦੀ ਪੇਸ਼ਕਸ਼ ਰੱਖੀ ਹੋਈ ਆ। ਇਹ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਇਹ ਬਜਟ ਫਾਈਨਲ ਨਹੀਂ ਹੁੰਦਾ। ਇਹ ਜਿਹੜਾ ਬਜਟ ਪ੍ਰਪੋਜ਼ਲ ਹੁੰਦਾ ਆ, ਪੇਸ਼ਕਸ਼ ਹੁੰਦਾ, ਪ੍ਰਸਤਾਵ ਹੁੰਦਾ ਆ, ਜਿਸ ਨੂੰ ਕਾਂਗਰਸ ਦੇ ਵਿੱਚ ਘੱਲਿਆ ਜਾਂਦਾ ਆ। ਤੇ ਕਾਂਗਰਸ ਦੇ ਜਿੰਨੇ ਵੀ ਸੈਨੇਟਰਸ ਹੁੰਦੇ ਨੇ, ਜੋ ਵੀ ਕਾਂਗਰਸ ਦੇ ਵਿੱਚ ਮੌਜੂਦ ਹੁੰਦੇ ਨੇ, ਉਹ ਇਸ ਦੇ ਉੱਤੇ ਗੱਲਬਾਤ ਕਰਕੇ, ਇਸ ਦੇ ਵਿੱਚ ਕੁਝ ਸੋਧਾਂ ਕਰਕੇ ਫਿਰ ਬਜਟ ਹਾਊਸ ਨੂੰ ਪਾਸ ਕੀਤਾ ਜਾਂਦਾ ਆ। ਇਸ ਚੀਜ਼ ਨੂੰ ਦੇਖਦੇ ਹੋਏ ਵੱਖ-ਵੱਖ ਪ੍ਰਤੀਕਿਰਿਆਵਾਂ ਜਿਹੜੀਆਂ ਵੱਖਰੇ ਸੈਨੇਟਰਸ ਦੀਆਂ, ਕਾਂਗਰਸਮੈਨ ਦੀਆਂ ਜਿਹੜੀਆਂ ਆਈਆਂ ਨੇ, ਜਿਸ ਦੇ ਵਿੱਚ ਕਈ ਰਿਪਬਲਿਕਨ ਵੀ ਇਸ ਬਜਟ ਪ੍ਰਪੋਜ਼ਲ ਤੋਂ ਨਾਖੁਸ਼ ਨੇ। ਜਿਸ ਦੇ ਵਿੱਚ ਮਾਰਕੋ ਰੂਬੀਓ ਨੇ ਇਹ ਬਿਆਨ ਦਿੱਤਾ ਹੈ ਵੀ ਬਜਟ ਦਾ ਪਾਸ ਕਰਨਾ, ਬਜਟ ਦੇ ਵਿੱਚ ਕੀ ਹੋਣਾ, ਉਹ ਸਿਰਫ ਤੇ ਸਿਰਫ ਕਾਂਗਰਸ ਦਾ ਕੰਮ ਆ। ਆਪਣੇ ਪ੍ਰਸਤਾਵ ਲੈ ਕੇ ਆਉਣੇ ਰਾਸ਼ਟਰਪਤੀ ਉਹ ਜ਼ਰੂਰ ਕਰ ਸਕਦੇ ਨੇ, ਪਰ ਇਹ ਨਾ ਸੋਚਣ ਵੀ ਜੋ ਉਹਨਾਂ ਨੇ ਕਿਹਾ ਆ ਉਸੇ ਤਰੀਕੇ ਦੇ ਨਾਲ ਹੀ ਹੋਵੇਗਾ। ਸੋ ਇਹ ਆਉਣ ਵਾਲਾ ਸਮੇਂ ਦੱਸੇਗਾ ਵੀ ਇਹਨਾਂ ਬਜਟ ਪ੍ਰਪੋਜ਼ਲਸ ਦੇ ਵਿੱਚ ਕੀ ਹੋਰ ਸੋਧਾਂ ਹੋ ਕੇ ਬਜਟ ਪਾਸ ਕੀਤਾ ਜਾਂਦਾ ਆ। ਰਾਸ਼ਟਰਪਤੀ ਟਰੰਪ ਦੇ ਦੁਆਰਾ ਦੂਜਾ ਐਗਜ਼ੀਕਿਊਟਿਵ ਆਰਡਰ ਵਿਸ਼ੇਸ਼ ਤੌਰ ਦੇ ਉੱਤੇ ਟਰੈਵਲ ਬੈਨ ਨੂੰ ਲੈ ਕੇ ਪਿਛਲੇ ਮਹੀਨੇ ਜਾਰੀ ਕੀਤਾ ਗਿਆ ਸੀ, ਜੋ ਕਿ ਅੱਜ ਤੋਂ ਲਾਗੂ ਹੋਣਾ ਸੀ। ਪਰ ਕੱਲ੍ਹ ਹੀ ਹਵਾਈ ਦੇ ਇੱਕ ਫੈਡਰਲ ਕੋਰਟ ਨੇ
ਉਸ ਟਰੈਵਲ ਬੈਨ ਦੇ ਉੱਤੇ ਵੀ ਰੋਕ ਲਾ ਦਿੱਤੀ ਸੀ। US ਡਿਸਟ੍ਰਿਕਟ ਕੋਰਟ ਜੱਜ ਡੈਰਿਕ ਵਾਟਸਨ ਹੋਨੋਲੁਲੂ ਦੀ ਅਦਾਲਤ ਦੇ ਵਿੱਚ ਇਸ ਬੈਨ ਦੇ ਉੱਤੇ ਉਹਨਾਂ ਨੇ ਰੋਕ ਲਾਈ ਸੀ। ਇਹੀ ਨਹੀਂ, ਇੱਕ ਹੋਰ ਫੈਡਰਲ ਜੱਜ ਜੋ ਕਿ ਮੈਰੀਲੈਂਡ ਦੇ ਵਿੱਚ ਸੀ, ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ 90 ਦਿਨਾਂ ਇਮੀਗ੍ਰੇਸ਼ਨ ਬੈਨ ਜੋ ਕਿ 6 ਵੱਖ-ਵੱਖ ਮੁਸਲਿਮ ਪ੍ਰਧਾਨ ਦੇਸ਼ਾਂ ਦੇ ਉੱਤੇ ਲਾਇਆ ਸੀ, ਉਸ ਦੇ ਉੱਤੇ ਉਹਨਾਂ ਨੇ ਬੈਨ ਲਾਇਆ ਆ। ਇਸ ਦੇ ਉੱਤੇ ਰਾਸ਼ਟਰਪਤੀ ਟਰੰਪ ਅਤੇ ਵਾਈਟ ਹਾਊਸ ਨੇ ਜਿਹੜੀ ਨਾਰਾਜ਼ਗੀ ਜ਼ਾਹਰ ਕੀਤੀ ਆ ਅਤੇ ਉਹਨਾਂ ਨੇ ਆਖਿਆ ਆ ਵੀ ਇਸ ਟਰੈਵਲ ਬੈਨ ਨੂੰ ਉਹ ਅਦਾਲਤੀ ਜੰਗ ਦੇ ਵਿੱਚ ਲੈ ਕੇ ਜਾਣਗੇ ਅਤੇ ਇਸ ਦੇ ਉੱਤੇ ਅਪੀਲ ਜ਼ਰੂਰ ਕਰਨਗੇ। ਉਹਨਾਂ ਨੇ ਪਿਛਲੇ ਦਿਨੀ ਨੈਸ਼ਵਿਲ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਆਖਿਆ ਵੀ ਜਿਹੜੀ ਨਿਆਂਪਾਲਿਕਾ ਆ ਉਹ ਆਪਣੀ ਲੋੜ ਤੋਂ ਵੱਧ ਜਿਹੜੀ ਆ ਪਾਵਰ ਆ ਉਸ ਨੂੰ ਇਸਤੇਮਾਲ ਕਰ ਰਹੀ ਆ, ਜੁਡੀਸ਼ੀਅਲ ਓਵਰਰੀਚ ਕਰ ਰਹੀ ਆ। ਇਹ ਨਹੀਂ ਸੀ ਹੋਣਾ ਚਾਹੀਦਾ। ਉਹਨਾਂ ਨੇ ਇਹ ਵੀ ਆਖਿਆ ਵੀ ਇਹ ਜਿਹੜਾ ਨਵਾਂ ਐਗਜ਼ੀਕਿਊਟਿਵ ਆਰਡਰ ਸੀ ਇਹ ਪਿਛਲੇ ਵਰਜ਼ਨ ਦੇ ਨਾਲੋਂ ਬਹੁਤ ਹੀ ਹੌਲਾ ਸੀ, ਪਰ ਫੰਡਾਮੈਂਟਲੀ ਇਸ ਦੇ ਵਿੱਚ ਉਹੀ ਗੱਲ ਜਿਹੜੀ ਆ ਉਹ ਰੱਖੀ ਗਈ ਸੀ। ਇਸੇ ਚੀਜ਼ ਨੂੰ ਦੇਖਦੇ ਹੋਏ ਹੁਣ ਜਿਹੜੀਆਂ ਦੁਬਾਰਾ ਅਦਾਲਤ ਦੇ ਵਿੱਚ ਇਹ ਕੇਸ ਗਿਆ ਸੀ ਬੈਨ ਨੂੰ ਰੋਕਣ ਦੇ ਲਈ, ਇਹੀ ਲੱਗ ਰਿਹਾ ਆ ਵੀ ਫੰਡਾਮੈਂਟਲੀ ਸੇਮ ਹੋਣ ਦੇ ਕਰਕੇ ਪਿਛਲੀ ਵਾਰ ਦੇ ਵਾਂਗੂ ਇਸ ਵਾਰੀ ਵੀ ਜਿਹੜੀਆਂ ਅਮਰੀਕੀ ਵੱਖ-ਵੱਖ ਅਦਾਲਤਾਂ ਨੇ ਇਸ ਐਗਜ਼ੀਕਿਊਟਿਵ ਆਰਡਰ ਦੇ ਉੱਤੇ ਦੁਬਾਰਾ ਬੈਨ ਲਾ ਦਿੱਤਾ ਆ। ਜਸਟਿਸ ਡਿਪਾਰਟਮੈਂਟ ਇਸ ਦੇ ਨਾਲ ਕਿਸ ਤਰੀਕੇ ਨਾਲ ਨਜਿੱਠੇਗਾ, ਕੀ ਇਸ ਦੇ ਉੱਤੇ ਅਪਡੇਟਸ ਹੋਣਗੀਆਂ, ਤੁਹਾਨੂੰ ਆਪਾਂ ਜ਼ਰੂਰ ਦੱਸਦੇ ਰਹਾਂਗੇ। ਨਿਊਯਾਰਕ ਦੇ ਬ੍ਰੌਂਕਸ ਇਲਾਕੇ ਦੇ ਵਿੱਚ ਅੱਜ ਨਿਊਯਾਰਕ ਪੁਲਿਸ ਡਿਪਾਰਟਮੈਂਟ ਅਤੇ ਹੋਮਲੈਂਡ ਸਿਕਿਉਰਿਟੀ ਦੇ ਦੁਆਰਾ ਮਿਲ ਜੁਲ ਕੇ ਵੱਖ-ਵੱਖ ਰੇਡਾਂ ਮਾਰੀਆਂ ਗਈਆਂ, ਜਿਸ ਦੇ ਵਿੱਚ ਉਹਨਾਂ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ। ਨਸ਼ੀਲੇ ਪਦਾਰਥਾਂ ਨੂੰ ਲੈ ਕੇ, ਡਰੱਗਸ ਨੂੰ ਲੈ ਕੇ ਇਹ ਰੇਡਸ ਮਾਰੀਆਂ ਗਈਆਂ, ਜਿਸ ਦੇ ਵਿੱਚ 40 ਸਸਪੈਕਟ ਨਿਊਯਾਰਕ ਪੁਲਿਸ ਡਿਪਾਰਟਮੈਂਟ ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਗ੍ਰਿਫਤਾਰ ਕੀਤੇ। ਇਹਨਾਂ ਦੇ ਵਿੱਚ ਕੁਝ ਐਸੇ ਅਪਰਾਧੀ ਵੀ ਸ਼ਾਮਲ ਸੀ ਜਿਨ੍ਹਾਂ ਉੱਤੇ ਡਰੱਗ, ਗਨ, ਰੋਬਰੀ ਦੇ ਕੇਸ ਆਲਰੇਡੀ ਚੱਲ ਰਹੇ ਹਨ। ਪੁਲਿਸ ਨੇ ਸੂਚਨਾ ਦਿੱਤੀ ਆ ਉਹਨਾਂ ਨੂੰ ਜਲਦ ਹੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜਿਨ੍ਹਾਂ ਦੇ ਪੁਰਾਣੇ ਅਪਰਾਧੀ ਮਾਮਲੇ ਚੱਲ ਰਹੇ ਆ। ਕਈਆਂ ਨੂੰ ਉਹਨਾਂ ਕੇਸਾਂ ਵਿੱਚ, ਕਈਆਂ ਦੇ ਉੱਤੇ ਨਵੇਂ ਕੇਸ ਬਣਾ ਕੇ, ਚਾਰਜਿਸ ਲਾ ਕੇ ਜਲਦ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਸਾਰੇ 40 ਜਾਣੇ ਗੈਂਗ ਦੇ ਮੈਂਬਰ ਵੀ ਦੱਸੇ ਜਾਂਦੇ ਹਨ। ਇੱਧਰ ਔਰੰਜ ਕਾਊਂਟੀ ਦੇ ਵਿੱਚ ਵੀ ਪੁਲਿਸ ਦੁਆਰਾ ਵੱਖ-ਵੱਖ ਛਾਪੇਮਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਦੇ ਵਿੱਚ 30 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਰੇਡ ਵੀ ਔਰੰਜ ਕਾਊਂਟੀ ਦੇ ਵਿੱਚ ਡਰੱਗ ਦੇ ਨਾਲ ਸੰਬੰਧਿਤ ਮਾਰੀ ਗਈ ਸੀ। ਔਰੰਜ ਕਾਊਂਟੀ ਡਿਸਟ੍ਰਿਕਟ ਅਟਾਰਨੀ ਵੱਲੋਂ ਆਪਰੇਸ਼ਨ ਫੈਮਿਲੀ ਟਾਈਜ਼ ਦੇ ਨਾਲ ਚਲਾਇਆ ਜਾ ਰਹੀ ਇਹ ਜਾਂਚ ਨੂੰ 9 ਮਹੀਨੇ ਲੱਗੇ ਅਤੇ ਫਿਰ ਉਹਨਾਂ ਨੇ ਇਹ ਰੇਡ ਮਾਰੀ, ਜਿਸ ਦੇ ਵਿੱਚ 30 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਛਾਪੇਮਾਰੀ ਦੇ ਵਿੱਚ 521 ਗ੍ਰਾਮ ਕੋਕੇਨ, 43 ਗ੍ਰਾਮ ਹੈਰੋਇਨ, 8 ਪਾਉਂਡ ਮੈਰੀਜੁਆਨਾ, 5 ਆਉਂਸ PCP ਅਤੇ $1,11,056 ਕੈਸ਼ ਦੇ ਵਿੱਚ ਬਰਾਮਦੀ ਕੀਤੀ ਗਈ। ਪੁਲਿਸ ਮੁਤਾਬਕ 3 ਸਸਪੈਕਟ ਅਜੇ ਵੀ ਭਗੌੜੇ ਨੇ ਤੇ ਉਹਨਾਂ ਨੂੰ ਲੱਭਣ ਦੇ ਲਈ ਪੁਲਿਸ ਪੂਰੀ ਕੋਸ਼ਿਸ਼ਾਂ ਕਰ ਰਹੀ ਆ। ਉਧਰ ਲੁਜ਼ੀਆਨਾ ਦੇ ਸ਼ਹਿਰ ਟੈਰੀਬੋਨ ਪੈਰਿਸ਼ ਦੇ ਵਿੱਚ ਵੀ ਨਾਰਕੋਟਿਕਸ ਵਾਲਿਆਂ ਨੇ ਵੱਖ-ਵੱਖ ਰੇਡਾਂ ਮਾਰੀਆਂ, ਜਿਸ ਦੇ ਵਿੱਚ ਉਹਨਾਂ ਨੇ ਭਾਰੀ ਮਾਤਰਾ ਦੇ ਵਿੱਚ ਨਕਦੀ, ਕੋਕੇਨ, ਮੈਰੀਜੁਆਨਾ ਪਿਲਜ਼ ਉਹਨਾਂ ਨੂੰ ਮਾਰਕੀਟ ਵਿੱਚ ਜਾਣ ਤੋਂ ਪਹਿਲਾਂ ਰੋਕ ਲਿਆ। ਨਾਰਕੋਟਿਕ ਏਜੰਟ ਦੇ ਮੁਤਾਬਕ ਇਹ ਸਾਰੀਆਂ ਚੀਜ਼ਾਂ ਦੀ ਕੁੱਲ ਕੀਮਤ ਮਾਰਕੀਟ ਦੇ ਵਿੱਚ $2,20,944 ਬਣਦੀ ਆ। ਇਹੀ ਨਹੀਂ, ਏਜੰਟਸ ਨੇ ਇਸ ਦੇ ਨਾਲ-ਨਾਲ ਕਈ ਬੰਦੂਕਾਂ, AR-15 ਅਸੌਲਟ ਰਾਈਫਲ, ਸ਼ਾਟਗਨਜ਼ ਤੇ ਕਈ ਪਿਸਤੌਲਾਂ ਵੀ ਜ਼ਬਤ ਕੀਤੀਆਂ। ਸੋਮਾਲੀਆ ਦੇ ਲੁਟੇਰਿਆਂ ਦੇ ਵੱਲੋਂ ਕੱਲ ਸ਼੍ਰੀਲੰਕਾ ਦਾ ਇੱਕ ਆਇਲ ਟੈਂਕਰ ਆ ਉਸ ਨੂੰ ਹਾਈਜੈਕ ਅਗਵਾ ਕਰ ਲਿਆ ਗਿਆ ਸੀ। ਅੱਜ ਪੰਟਲੈਂਡ ਮਰੀਨਟਾਈਮ ਪੁਲਿਸ ਫੋਰਸ ਉਹਨਾਂ ਦੇ ਵੱਲੋਂ ਸੂਚਨਾ ਦਿੱਤੀ ਗਈ ਆ ਵੀ ਸੋਮਾਲੀ ਲੁਟੇਰਿਆਂ ਨੇ ਉਸ ਨੂੰ ਬਗੈਰ ਕਿਸੇ ਸ਼ਰਤ ਤੋਂ ਰਿਹਾ ਕਰ ਦਿੱਤਾ ਆ। ਇਹ ਆਇਲ ਟੈਂਕਰ ਸੋਮਾਲੀਆ ਦੇ ਗਵਾਂਢੀ ਮੁਲਕ ਜਿਬੂਟੀ ਤੋਂ ਸੋਮਾਲੀਆ ਦੇ ਹੀ ਕੈਪੀਟਲ ਮੋਗਾਦਿਸ਼ੂ ਨੂੰ ਜਾ ਰਿਹਾ ਸੀ ਤੇ ਇਹ ਸ਼੍ਰੀਲੰਕਾ ਦੇ ਆਇਲ ਟੈਂਕਰ ਸੀ। ਇਸ ਦੇ ਵਿੱਚ 8 ਸ਼੍ਰੀਲੰਕਨ ਕਰੂ ਮੈਂਬਰ ਵੀ ਸਨ ਜਿਨ੍ਹਾਂ ਨੂੰ ਹਾਈਜੈਕ ਕੀਤਾ ਗਿਆ ਸੀ। ਹੈਰਾਨੀਜਨਕ ਗੱਲ ਇਹ ਆ ਵੀ ਸੋਮਾਲੀਆ ਦੇ ਤੱਟ ਤੋਂ 2012 ਤੋਂ ਬਾਅਦ ਦੇ ਵਿੱਚ ਪਹਿਲੀ ਵਾਰ ਐਸੇ ਅਗਵਾ ਦੀ ਗੱਲ ਸਾਹਮਣੇ ਆਈ ਆ। ਸੋਮਾਲੀਆ ਦਾ ਤੱਟ ਇਸ ਚੀਜ਼ ਦੇ ਲਈ ਖਾਸਾ ਬਦਨਾਮ ਰਿਹਾ ਆ। ਪੈਸੇ ਦੇ ਲਈ, ਰੈਂਸਮ ਦੇ ਲਈ ਬਹੁਤ ਸਾਰੇ ਆਇਲ ਟੈਂਕਰ ਤੇ ਹੋਰ ਲੰਘ ਰਹੇ ਉੱਥੋਂ ਜਹਾਜ਼, ਉਹਨਾਂ ਨੂੰ ਲੁਟੇਰਿਆਂ ਵੱਲੋਂ ਅਗਵਾ ਕਰ ਲਿਆ ਜਾਂਦਾ ਆ।
2011 ਦੇ ਵਿੱਚ 237 ਐਸੇ ਅਗਵਾ ਕਾਂਡ ਹੋਏ ਸੀ, ਜਿਸ ਕਰਕੇ ਵੱਖ-ਵੱਖ ਕੰਪਨੀਆਂ ਨੂੰ ਕੁੱਲ $8 ਬਿਲੀਅਨ ਰੈਂਸਮ ਦੇਣਾ ਪਿਆ ਸੀ। ਇਸ ਤੋਂ ਬਾਅਦ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਵੱਖ-ਵੱਖ ਦੇਸ਼ਾਂ ਦੇ ਵੱਲੋਂ ਮੈਰੀਨ ਟਾਈਮ ਪੁਲਿਸ ਫੋਰਸ ਉੱਥੇ ਲਗਾਈ ਹੋਈ ਆ, ਜਿਸ ਕਰਕੇ ਅਗਵਾ ਦੀਆਂ ਘਟਨਾਵਾਂ ਦੇ ਵਿੱਚ ਖਾਸੀ ਕਟੌਤੀ ਦੇਖੀ ਗਈ ਆ। ਅਬਦੀ ਰਹਿਮਾਨ ਹਸਨ ਜੋ ਕਿ ਪੁਲਿਸ ਫੋਰਸ ਤੋਂ ਹਨ, ਉਹਨਾਂ ਨੇ ਦੱਸਿਆ ਵੀ ਲੁਟੇਰੇ ਆਇਲ ਟੈਂਕਰ ਦੇ ਉੱਤੇ ਚੜ੍ਹ ਗਏ ਸੀ ਤੇ ਉਹਨਾਂ ਦੀ ਮੈਰੀਨ ਟਾਈਮ ਪੁਲਿਸ ਦੇ ਨਾਲ ਗੋਲੀਬਾਰੀ ਵੀ ਹੋਈ। ਉਸ ਤੋਂ ਬਾਅਦ ਦੇ ਵਿੱਚ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੇ ਜਿਹੜੀਆਂ ਮੰਗਾਂ ਰੱਖੀਆਂ ਸੀ ਉਹ ਕਿਸੇ ਨੂੰ ਵੀ ਨਹੀਂ ਮਨਜ਼ੂਰ ਸਨ, ਪਰ ਬਾਅਦ ਦੇ ਵਿੱਚ ਬਗੈਰ ਕਿਸੇ ਸਮਝੌਤੇ ਤੋਂ ਹੀ, ਬਗੈਰ ਕਿਸੇ ਮੰਗ ਤੋਂ ਹੀ ਇਹਨਾਂ ਲੁਟੇਰਿਆਂ ਨੇ ਉਸ ਨੂੰ ਵੈਸਲ ਨੂੰ ਜਾਣ ਦਿੱਤਾ। ਇਹ ਆਇਲ ਟੈਂਕਰ ਕਿਸੇ UAE ਦੇ ਬੰਦੇ ਦਾ ਸੀ ਅਤੇ ਇਸ ਵਿੱਚ ਕੱਚਾ ਤੇਲ ਜਾ ਰਿਹਾ ਸੀ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਤੇ ਵੈਦਰ ਤੋਂ, ਜਿੱਥੇ ਕਿ ਸ਼ੁੱਕਰਵਾਰ ਨੂੰ 77 ਡਿਗਰੀ ਹਾਈ 52 ਡਿਗਰੀ ਲੋ, ਸੈਨ ਫਰਾਂਸਿਸਕੋ ਵਿੱਚ 66 ਡਿਗਰੀ ਹਾਈ 53 ਡਿਗਰੀ ਲੋ, ਸੈਕਰਾਮੈਂਟੋ ਵਿੱਚ 75 ਡਿਗਰੀ ਹਾਈ 53 ਡਿਗਰੀ ਲੋ, ਯੂਬਾ ਸਿਟੀ ਵਿੱਚ 76 ਡਿਗਰੀ ਹਾਈ 55 ਡਿਗਰੀ ਲੋ, ਸਟਾਕਟਨ ਵਿੱਚ 77 ਡਿਗਰੀ ਹਾਈ 51 ਡਿਗਰੀ ਲੋ, ਟ੍ਰੇਸੀ ਵਿੱਚ 78 ਡਿਗਰੀ ਹਾਈ 51 ਡਿਗਰੀ ਲੋ, ਮੋਡੈਸਟੋ ਵਿੱਚ 78 ਡਿਗਰੀ ਹਾਈ 54 ਡਿਗਰੀ ਲੋ, ਫ੍ਰੈਜ਼ਨੋ ਵਿੱਚ 79 ਡਿਗਰੀ ਹਾਈ 54 ਡਿਗਰੀ ਲੋ, ਬੇਕਰਸਫੀਲਡ ਵਿੱਚ 82 ਡਿਗਰੀ ਹਾਈ 57 ਡਿਗਰੀ ਲੋ, ਲਾਸ ਐਂਜਲਸ ਦੇ ਵਿੱਚ 79 ਡਿਗਰੀ ਹਾਈ 56 ਡਿਗਰੀ ਲੋ, ਟਰਕੀ ਵਿੱਚ 56 ਡਿਗਰੀ ਹਾਈ 35 ਡਿਗਰੀ ਲੋ, ਸਾਊਥ ਲੇਕ ਟਾਹੋ ਦੇ ਵਿੱਚ 62 ਡਿਗਰੀ ਹਾਈ 38 ਡਿਗਰੀ ਲੋ, ਪੋਰਟਲੈਂਡ ਆਰੇਗਨ ਦੇ ਵਿੱਚ 50 ਡਿਗਰੀ ਹਾਈ 49 ਡਿਗਰੀ ਲੋ, ਮੀਂਹ ਪਵੇਗਾ। ਸਿਆਟਲ ਵਾਸ਼ਿੰਗਟਨ 47 ਡਿਗਰੀ ਹਾਈ 44 ਡਿਗਰੀ ਲੋ, ਮੀਂਹ ਪਵੇਗਾ। ਫਲੈਗਸਟਾਫ ਐਰੀਜ਼ੋਨਾ 'ਚ 68 ਡਿਗਰੀ ਹਾਈ 35 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ 74 ਡਿਗਰੀ ਹਾਈ 54 ਡਿਗਰੀ ਲੋ, ਸ਼ਿਕਾਗੋ ਇਲੀਨਾਇਸ ਦੇ ਵਿੱਚ 42 ਡਿਗਰੀ ਹਾਈ 35 ਡਿਗਰੀ ਲੋ, 60% ਚਾਂਸ ਨੇ ਮੀਂਹ ਪੈਣ ਦੇ। ਨਿਊਯਾਰਕ ਵਿੱਚ 42 ਡਿਗਰੀ ਹਾਈ 31 ਡਿਗਰੀ ਲੋ, ਟੋਰਾਂਟੋ ਕੈਨੇਡਾ 'ਚ 3 ਡਿਗਰੀ ਸੈਲਸੀਅਸ ਹਾਈ -1 ਡਿਗਰੀ ਸੈਲਸੀਅਸ ਲੋ, ਵਿਨੀਪੈਗ ਦੇ ਵਿੱਚ 1 ਡਿਗਰੀ ਸੈਲਸੀਅਸ ਹਾਈ -12 ਡਿਗਰੀ ਸੈਲਸੀਅਸ ਲੋ, ਕੈਲਗਰੀ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ -2 ਡਿਗਰੀ ਸੈਲਸੀਅਸ ਲੋ, ਵੈਨਕੂਵਰ ਵਿੱਚ 9 ਡਿਗਰੀ ਸੈਲਸੀਅਸ ਹਾਈ 5 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ ਪੰਜਾਬ ਦੇ ਵਿੱਚ 29 ਡਿਗਰੀ ਸੈਲਸੀਅਸ ਹਾਈ 12 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ 'ਚ 31 ਡਿਗਰੀ ਹਾਈ 20 ਡਿਗਰੀ ਸੈਲਸੀਅਸ ਲੋ, ਲੰਡਨ UK ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ 9 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ 'ਚ 10 ਡਿਗਰੀ ਸੈਲਸੀਅਸ ਹਾਈ 4 ਡਿਗਰੀ ਸੈਲਸੀਅਸ ਲੋ, ਪੈਰਿਸ ਫਰਾਂਸ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ 7 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਸਰੋਤਿਓ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ ਬਾਰੇ ਦੱਸਦੇ ਹਾਂ। ਡਾਓ ਜੋਨਸ ਦੇ ਵਿੱਚ ਵੀਰਵਾਰ ਦੀ ਕਲੋਜ਼ਿੰਗ ਤੱਕ 15 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 20,934 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ ਕੋਈ ਫੇਰ ਬਦਲ ਨਹੀਂ ਹੋਇਆ, 5,900 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 4 ਪੁਆਇੰਟ ਘਟੇ, 2,381 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਤੇ ਵਿਲਸ਼ਾਇਰ 5000 ਦੇ ਵਿੱਚ 12 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 24,778 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 65 ਰੁਪਏ 41 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 49 ਰੁਪਏ 15 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 80 ਰੁਪਏ 82 ਪੈਸੇ, ਇੱਕ ਯੂਰੋ ਦੀ ਕੀਮਤ 70 ਰੁਪਏ 45 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 19 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 45 ਰੁਪਏ 73 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 46 ਰੁਪਏ 64 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 173 ਰੁਪਏ 49 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 214 ਰੁਪਏ 34 ਪੈਸੇ ਰਹੀ। ਇੱਕ US ਡਾਲਰ ਦੀ ਕੀਮਤ $1.33 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,226.20 ਪ੍ਰਤੀ ਆਊਂਸ, ਚਾਂਦੀ ਦਾ ਭਾਅ $17.27 ਪ੍ਰਤੀ ਆਊਂਸ ਰਿਹਾ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।